ਲਾਸਟ ਰੂਲਰ ਆਫ ਲਾਹੌਰ ਲਿਵਡ ਹੇਅਰ। ਇਹ ਘਰ ਹੈ ਜੀ ਜਿੱਥੇ ਕਾਹਨ ਸਿੰਘ ਨਾਭਾ ਰਹੇ ਆਣ ਕੇ। ਇਹ ਹੈਗਾ ਜੀ ਮੈਕਸ ਆਰਥਰ ਮੈਕਲਫ ਦਾ ਘਰ। ਸਾਰੇ ਯੂਰਪ ਦਾ ਪਹਿਲਾ ਗੁਰਦੁਆਰਾ ਸਾਹਿਬ ਮੰਨਿਆ ਜਾਂਦਾ ਹੈ। ਗੁਰਦੁਆਰਾ ਸਾਹਿਬ ਜੀ ਦਾ ਗੁੰਬਦ ਭਾਵੇਂ ਨਵਾਂ ਹੈ ਪਰ ਉਸ ਨੂੰ ਪੁਰਾਣਾ ਰੰਗ ਕੀਤਾ ਹੋਇਆ, ਬਿਲਕੁਲ ਪੁਰਾਤਨ ਦਿੱਖ ਦਿੱਤੀ ਹੋਈ ਹੈ। ਮੀਂਹ ਪੈ ਰਿਹਾ ਹੈ। ਅੱਜ ਜਿਹੜਾ ਲੰਡਨ ਦੇ ਵਿੱਚ ਸਭ ਤੋਂ ਪਹਿਲਾ ਗੁਰਦੁਆਰਾ ਸਾਹਿਬ ਬਣਿਆ ਸੀ ਉਸ ਦੇ ਆਪਾਂ ਤੁਹਾਨੂੰ ਦਰਸ਼ਨ ਕਰਾਉਣ ਆਏ ਹਾਂ। ਹੋਰ ਵੀ ਇੱਥੇ ਬਹੁਤ ਸਾਰੀਆਂ ਇਤਿਹਾਸਕ ਥਾਵਾਂ ਹਨ। ਜਿਸ ਗਲੀ ਦੇ ਵਿੱਚ ਅਸੀਂ ਖੜੇ ਹਾਂ ਇਹ 50 ਮਿਲੀਅਨ ਪਾਉਂਡਸ ਵਾਲੇ ਘਰ ਹਨ। ਆਓ ਹੋਰ ਵੀ ਤੁਹਾਨੂੰ ਇਤਿਹਾਸਕ ਥਾਵਾਂ ਦਿਖਾਉਂਦੇ ਹਾਂ। ਪਹਿਲਾਂ ਫਤਿਹ ਬੁਲਾਈਏ। ਨਾਲ ਮੇਰੇ ਹਨ ਵੀਰ ਜੀ ਭਾਈ ਗੁਰਪ੍ਰੀਤ ਸਿੰਘ ਜੀ, ਤੇ ਇਹ ਜਿਹੜਾ ਇੱਥੇ ਗੁਰਦੁਆਰਾ ਸਾਹਿਬ ਹੈ ਉੱਥੇ ਵੀ ਮੁੱਖ ਸੇਵਾਦਾਰ ਹਨ। ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਆਪਾਂ ਹੁਣ ਨਾਲੇ ਚੱਲਦੇ ਹਾਂ, ਨਾਲ ਨਾਲ ਤੁਹਾਨੂੰ ਦਿਖਾਉਂਦੇ ਹਾਂ। ਪਿੱਛੇ ਘਰ ਹੈ ਜੀ ਮਹਾਰਾਜਾ ਦਲੀਪ ਸਿੰਘ ਦਾ। ਸੋ ਜਿਵੇਂ ਤੁਹਾਨੂੰ ਆਪ ਘਰ ਦਿਖਾ ਰਹੇ ਹਾਂ ਆਪਾਂ, ਵੀਰ ਜੀ ਦੱਸ ਰਹੇ ਸੀ ਆ 3 ਮੰਜ਼ਿਲਾਂ ਉੱਪਰ ਦਿਖਦੀਆਂ ਤੇ 2 ਤੋਂ 3 ਮੰਜ਼ਿਲਾਂ ਥੱਲੇ ਵੀ ਬਣਾਈਆਂ ਹੁੰਦੀਆਂ। ਕਈ ਘਰਾਂ ਦੇ ਤੇ ਕਾਰ ਪਾਰਕਿੰਗ ਵੀ ਥੱਲੇ ਤੇ ਪੂਲ ਵੀ ਥੱਲੇ ਬਣਾਇਆ ਹੋਇਆ, ਸਵਿਮਿੰਗ ਪੂਲ ਆਪਣੇ ਵਾਸਤੇ। ਸੋ ਇਹ ਘਰ ਹੈ ਜੀ ਜਿੱਧਰ ਅਸੀਂ ਜਾ ਰਹੇ ਹਾਂ। ਸੋ ਸਾਹਮਣੇ ਪਹਿਲੀ ਮੰਜ਼ਿਲ ਤੇ ਲਿਖਿਆ ਹੋਇਆ ਇੰਗਲਿਸ਼ ਹੈਰੀਟੇਜ ਮਹਾਰਾਜਾ ਦਲੀਪ ਸਿੰਘ 1838 ਤੋਂ 1893 ਲਾਸਟ ਰੂਲਰ ਆਫ ਲਾਹੌਰ ਲਿਵਡ ਹੇਅਰ 1881 ਤੋਂ 86 ਤੱਕ। 5 ਸਾਲ ਤਕਰੀਬਨ ਇੱਥੇ ਰਹੇ ਆ ਮਹਾਰਾਜਾ ਜੀ। ਤੇ ਇੱਥੇ ਹੀ ਉਹਨਾਂ ਦੀਆਂ ਔਲਾਦਾਂ ਪੈਦਾ ਵੀ ਹੋਈਆਂ ਹਨ। ਤੇ ਪ੍ਰਿੰਸੈਸ ਜਿਹੜੀ ਉਹਨਾਂ ਦੀ ਵਾਈਫ ਸੀਗੀ ਮਹਾਰਾਣੀ ਬੰਬਾ, ਉਹਨਾਂ ਨੇ ਵੀ ਸਰੀਰ ਇੱਥੇ ਛੱਡਿਆ। ਹੋਰ ਕੁਝ ਭਾਜੀ ਇਸ ਇਤਿਹਾਸ ਦੇ ਨਾਲ ਸਾਨੂੰ ਲੱਗਦਾ ਹੈ ਜਦੋਂ ਇੱਥੇ ਸੀ ਉਹ ਜਿਹੜੇ ਰੈਕੋਰਡ ਸੀ ਲੰਡਨ ਵਿੱਚ, ਉਹ ਉੱਥੇ ਜਾ ਕੇ ਮਹਾਰਾਜਾ ਰਿਸਰਚ ਕਰ ਰਹੇ ਸੀ ਆਪਣੇ ਬਾਰੇ, ਆਪਣੇ ਜਿਹੜੇ ਟ੍ਰੀਟੀਜ਼ ਕੀ ਹੋਇਆ ਪੰਜਾਬ ਐਮਪਾਇਰ। ਬਿਕੋਜ਼ ਉਸ ਵੇਲੇ ਉਹ ਥੋੜ੍ਹਾ ਉਹਦਾ ਸੋਚ ਸੀ ਇਹ ਚੀਜ਼ ਚੈਲੰਜ ਕਿਸਾਂ ਕਰਨਾ। ਉਹਨੂੰ ਲੱਗ ਰਿਹਾ ਸੀ ਜੋ ਉਹਦੇ ਨਾਲ ਹੋਇਆ ਠੀਕ ਨਹੀਂ ਹੋਇਆ ਸੀ। ਸੋ ਆਪਣੇ ਰਾਜ ਦੀ ਜਿਹੜੀ ਚਿਣਗ ਸੀਗੀ ਨਾ ਉਹ ਵੀ ਇਸੇ ਘਰ 'ਚ ਹੀ ਜਾਗਣੀ ਸ਼ੁਰੂ ਹੋਈ ਸੀ ਜਦੋਂ ਆਪਣਾ ਇਤਿਹਾਸ ਪੜ੍ਹਿਆ। ਔਰ ਅਸੀਂ ਆਪਣੇ ਇਤਿਹਾਸ ਤੋਂ ਟੁੱਟ ਰਹੇ। ਇਤਿਹਾਸ ਪੜ੍ਹਨਾ ਬਹੁਤ ਜ਼ਰੂਰੀ ਹੈ ਕਿਉਂਕਿ ਉਹ ਮੁਰਦਾ ਹੋਈ ਜ਼ਮੀਰ ਨੂੰ ਵੀ ਜਗਾਉਣ ਦੀ ਸਮਰੱਥਾ ਰੱਖਦਾ ਹੁੰਦਾ ਹੈ। ਸੋ ਇੱਥੇ ਹੀ ਇਤਿਹਾਸ ਪੜ੍ਹ ਕੇ ਉਹਨਾਂ ਨੇ ਵੀ ਜਿਹੜਾ ਵਾ ਉਹਨਾਂ ਦੇ ਅੰਦਰ ਇਹ ਚਿਣਗ ਲੱਗੀ ਕਿ ਮੇਰੇ ਨਾਲ ਜੋ ਧੱਕਾ ਹੋਇਆ ਇਸ ਨੂੰ ਮੈਂ ਹੁਣ ਕਿੱਦਾਂ ਇਹਨੂੰ ਚੈਲੰਜ ਕਰਾਂਗਾ। ਸੋ ਆਓ ਹੋਰ ਤੁਹਾਨੂੰ ਘਰ ਦੀਆਂ 1-2 ਖੂਬੀਆਂ ਦਿਖਾਉਂਦੇ ਹਾਂ। ਬਾਹਰੋਂ ਹੀ ਦੇਖਣਾ ਪੈਣਾ ਹੈ, ਅੰਦਰ ਅਸੀਂ ਜਾ ਨਹੀਂ ਸਕਦੇ। ਹੁਣ ਕਿਸੇ ਦੀ ਇਹ ਪ੍ਰਾਈਵੇਟ ਰੈਜ਼ੀਡੈਂਸ ਹੈ। ਔਰ ਇਹ ਘਰ ਜਿਵੇਂ ਵੀਰ ਜੀ ਪਹਿਲਾਂ ਦੱਸ ਰਹੇ ਸੀ ਬਹੁਤ ਮਹਿੰਗੇ ਤੇ ਬਹੁਤ ਮਹਿੰਗਾ ਇਲਾਕਾ ਹੈ ਜੀ। ਇਹਨੂੰ ਵੈਸਟ ਲੰਡਨ ਦੇ ਵਿੱਚ ਹੈ। ਗੇਟ ਦੇ ਲਾਗੇ ਨਾ ਇੱਕ ਮਗੋਰਾ ਜਿਹਾ ਬਣਿਆ ਹੋਇਆ ਇੱਧਰ ਵੀ ਤੇ ਉਹ ਦੂਜੇ ਪਾਸੇ ਵੀ ਹੈ। ਕੀ ਦੱਸਣਾ ਚਾਹੁੰਦੇ ਭਾਜੀ? ਸੋ ਉਸ ਜ਼ਮਾਨੇ ਵਿੱਚ ਗੱਡੀਆਂ ਨਹੀਂ ਹੁੰਦੇ ਸੀ, ਸੜਕਾਂ ਨਹੀਂ ਬਣੇ ਹੋਏ ਸੀ, ਕੱਚਾ ਹੁੰਦਾ ਸੀ ਤੇ ਘੋੜੇ ਚੱਲਦੇ ਸੀ, ਹਾਰਸ ਡਰਾਉਨ ਕੈਰੇਜਸ ਤੇ ਘੋੜੇ ਚੱਲਦੇ ਸੀ। ਸੋ ਜਦੋਂ ਤੁਸੀਂ ਆਉਂਦੇ ਸੀ ਬਾਹਰ ਤੁਹਾਡੇ ਬੂਟਾਂ ਤੇ ਮੱਡ ਹੁੰਦਾ ਸੀ ਤੇ ਇੱਥੇ ਇੱਕ ਬਾੜ ਹੁੰਦਾ ਸੀ ਤੇ ਤੁਸੀਂ ਬੂਟ ਲਗਾ ਕੇ ਇੱਥੇ ਸਕ੍ਰੇਪ ਕਰੋ ਤੇ ਉਹ ਮੱਡ ਉਤਰ ਜਾਂਦਾ ਸੀ। ਫਿਰ ਜਾਓ ਲਓ ਜੀ ਲਓ, ਸਾਫ ਪੈਰ ਨਾਲ ਘਰ ਵਿੱਚ, ਫਿਰ ਸਾਫ ਪੈਰ ਦੇ ਨਾਲ ਅੰਦਰ ਜਾਣਾ। ਠੀਕ ਹੈ ਜੀ। ਔਰ ਉਹਨਾਂ ਤੇ CID ਕਿੰਨੀ ਹੋਏਗੀ ਕਿਉਂਕਿ ਗਵਰਨਮੈਂਟ ਵਾਸ ਆਲਵੇਜ਼ ਅਲਰਟ ਅਬਾਊਟ ਹਿਮ, ਹੈ ਕਿ ਨਹੀਂ? always ਉਹਦੇ ਬੇਟੀਆਂ ਨਾਲ ਵੀ, ਉਹਦੀ ਬੇਟੀ Princess Sophia Duleep Singh, suffragette ਸੀ, fighting for the women's right to vote. She was followed around by MI5. The women's right to vote was considered so dangerous that they had to have secret service following her around. ਸੋ ਇਹ ਵੀ ਬੜੀ ਮਾਣ ਵਾਲੀ ਗੱਲ ਆ। ਜਿਵੇਂ ਵੀਰ ਜੀ ਦੱਸ ਰਹੇ ਸੀ ਕਿ ਜਿਹੜੀ ਮਹਾਰਾਜਾ ਦਲੀਪ ਸਿੰਘ ਦੀ ਬੇਟੀ ਸੀ ਸੋਫਾਇਆ, ਉਸ ਨੇ ਔਰਤਾਂ ਦੇ ਵੋਟਾਂ ਵਾਸਤੇ ਇੱਥੇ ਲੜਾਈ ਲੜੀ। ਉਹ ਕਹਿੰਦੀ ਸੀ ਕਿ ਟੈਕਸ ਔਰਤਾਂ ਵੀ ਦਿੰਦੀਆਂ ਮਰਦ ਵੀ ਦਿੰਦੇ ਆ ਪਰ ਹੱਕ ਸਾਰੇ ਮਰਦਾਂ ਨੂੰ। ਔਰ ਇਹ ਵੇਖੋ ਕਿੱਡੀ ਵੱਡੀ ਗੱਲ ਆ ਕਿ ਜਿਹੜਾ ਪੰਜਾਬੀ ਸਿੱਖ ਖੂਨ ਦੇ ਵਿੱਚ ਇਹ ਜਿਹੜੀ ਗੱਲ ਆ ਹਰ ਥਾਂ ਕਿ ਹੱਕ ਦੀ ਲੜਨਾ, ਇਹ ਉਸ ਨੇ ਇੱਥੇ ਲੜਾਈ ਲੜੀ ਔਰ ਔਰਤਾਂ ਨੂੰ ਹੱਕ ਦਿਵਾਏ। ਬੜੀ ਵੱਡੀ ਗੱਲ ਹੈ ਜੀ, ਮਾਣ ਹੈ ਜੀ, ਮਾਣ ਇਸ ਗੱਲ ਤੇ। ਅਸੀਂ ਤੁਰ ਪਏ ਹਾਂ ਇੱਥੋਂ ਹੁਣ। ਇੱਥੇ ਮੈਕਸ ਆਰਥਰ ਮੈਕੌਲਿਫ ਜਿਹੜਾ ਇੱਕ ਆਇਰਿਸ਼ ਰਾਈਟਰ ਹੋਇਆ ਜਿਹਨੇ ਸਿੱਖ ਇਤਿਹਾਸ ਬਹੁਤ ਜ਼ਿਆਦਾ ਲਿਖਿਆ। ਤੁਸੀਂ ਸ਼ਾਇਦ ਕਦੀ ਕਥਾ ਵਿੱਚ ਜਾਂ ਕਥਾਵਾਚਕਾਂ ਤੋਂ ਜਾਂ ਬੁੱਕਸ ਦੇ ਵਿੱਚ ਉਹਨਾਂ ਦਾ ਨਾਮ ਪੜ੍ਹਿਆ ਹੋਏਗਾ। ਅਸੀਂ ਵੈਸੇ ਆਇਰਲੈਂਡ ਵੀ ਉਹਨਾਂ ਦੇ ਘਰੇ ਜਾਵਾਂਗੇ ਜਿੱਥੇ ਉਹ ਓਰੀਜਨਲੀ ਰਹਿੰਦੇ ਸੀ, ਸਕੂਲ ਜਿੱਥੇ ਪੜ੍ਹੇ ਸੀ। ਪਰ ਹੁਣ ਅਸੀਂ ਉਹਨਾਂ ਦਾ ਇੱਥੇ ਵਾਲਾ ਜਿਹੜਾ ਘਰ ਸੀ ਉੱਥੇ ਜਾ ਰਹੇ ਹਾਂ। ਔਰ ਸ਼ਾਇਦ ਉੱਥੇ ਸਰਦਾਰ ਕਾਹਨ ਸਿੰਘ ਨਾਭਾ ਵੀ ਰਹੇ ਆਣ ਕੇ 6 ਮਹੀਨੇ। ਹਾਂਜੀ ਉਹ ਰਹੇ ਸੀ। ਤੇ ਉਹ ਜਦੋਂ ਮੈਕਸ ਆਰਥਰ ਮੈਕੌਲਿਫ ਗੁਜ਼ਰ ਗਏ ਉਹ ਮਕਾਨ ਉਹਨਾਂ ਨੇ ਛੋੜਿਆ ਸੀ ਭਾਈ ਕਾਹਨ ਸਿੰਘ ਨਾਭਾ ਨੂੰ, ਪਰ ਉਹਨਾਂ ਲੈਣ ਤੋਂ ਮਨਾ ਕਰ ਦਿੱਤਾ ਸੀ ਸ਼ਾਇਦ। ਫਿਰ ਤੁਸੀਂ ਦੇਖੋ ਕਿੰਨੇ ਸੋਹਣੇ ਘਰ ਆ। ਜਿਸ ਗਲੀ 'ਚ ਆਪਾਂ ਆਉਣਾ ਚਾਹੁੰਦੇ ਸੀ ਆ ਗਏ ਆ। ਉਹ ਦੂਜੇ ਸਾਈਡ ਦੇ ਉੱਤੇ ਘਰ ਹੈ ਜੀ, ਉਹ ਸਾਹਮਣੇ ਘਰ ਹੈ ਇਹ ਜਿਹੜਾ 10 ਨੰਬਰ। ਸੋ ਆਪਾਂ ਪਹੁੰਚ ਗਏ ਜੀ 10 ਸਿੰਕਲੇਅਰ ਗਾਰਡਨਸ ਕੰਜ਼ਿੰਗਟਨ। ਫਿਰ ਘਰ ਉੱਦਾਂ ਦਾ ਹੀ ਵੇਖਣ ਵਾਲਾ ਪਹਿਲੇ ਆਂਗਾ ਬਹੁਤ ਵਧੀਆ ਘਰ ਹੈ।
ਔਰ ਤੁਹਾਨੂੰ ਇਹ ਦੱਸਣਾ ਚਾਹੁੰਦੇ ਆ ਕਿ ਇਹ ਹੈਗਾ ਜੀ ਮੈਕਸ ਆਰਥਰ ਮੈਕਲਫ ਦਾ ਘਰ, ਜਿਹੜਾ ਆਇਰਿਸ਼ ਬੰਦਾ ਸੀ ਪਰ ਉਸ ਨੇ ਪਹਿਲੀ ਵਾਰ ਸਿੱਖ ਇਤਿਹਾਸ ਨੂੰ ਇੰਗਲਿਸ਼ ਵਿੱਚ ਲਿਖਿਆ। ਤੇ ਜੇ ਕਹੀਏ ਕਿ ਵੈਸਟਰਨ ਕਲਚਰ ਨੂੰ ਜਾਂ ਬ੍ਰਿਟਿਸ਼ ਨੂੰ ਜਿਹੜਾ ਸਿੱਖ ਇਤਿਹਾਸ ਪੜ੍ਹਨ ਦਾ ਮੌਕਾ ਮਿਲਿਆ, ਉਹ ਮੈਕਸ ਆਰਥਰ ਮੈਕਲਫ ਦੀ ਕਲਮ ਦੇ ਉੱਤੋਂ ਲਿਖਿਆ ਗਿਆ ਸੀ। ਔਰ ਇਸ ਕੰਮ ਲਈ ਉਹਨੇ ਸਪੈਸ਼ਲ ਪਰਮਿਸ਼ਨਸ ਲੈ ਕੇ ਤੇ ਕਾਹਨ ਸਿੰਘ ਜੀ ਨਾਭਾ ਜਿਹੜੇ ਆਪਣੇ ਸਿੱਖ ਕੌਮ ਦੇ ਬੜੇ ਮਹਾਨ ਹੋਏ ਹਨ, ਉਹਨਾਂ ਦੇ ਕੋਲੋਂ ਸਾਰੀ ਮਦਦ ਲਈ ਬਹੁਤ ਲੰਮਾ ਸਮਾਂ ਉਹ ਕਾਹਨ ਸਿੰਘ ਨਾਭਾ ਦੇ ਨਾਲ ਰਹਿੰਦੇ ਸੀ। ਨਾਭੇ ਜਾ ਕੇ ਵੀ ਰਹੇ ਹਨ, ਪਹਾੜਾਂ 'ਚ ਵੀ ਰਹੇ ਹਨ, ਉਹਨਾਂ ਕੋਲ ਰਹਿ ਕੇ ਇਤਿਹਾਸ ਪੜ੍ਹਿਆ। ਔਰ ਇੱਕ ਗੱਲ ਹੋਰ ਵੀ ਹੈ ਕਿ ਜਦੋਂ ਉਹ ਇੱਥੇ ਆਪ ਆਏ ਨਾ, ਤੇ ਆਹ ਘਰ ਜਿਹੜਾ ਸੀ ਨਾ, ਇਸੇ ਘਰ ਦੇ ਵਿੱਚ ਮੈਕਸ ਆਰਥਰ ਮੈਕਲਫ ਨੇ ਆਪਣਾ ਸਰੀਰ ਛੱਡਿਆ ਹੈ। ਔਰ ਆਪਣੇ ਮਰਨ ਤੋਂ ਪਹਿਲਾਂ ਇਹ ਘਰ ਜਿਹੜਾ ਸੀ ਇਹ ਕਾਹਨ ਸਿੰਘ ਨਾਭਾ ਨੂੰ ਗਿਫਟ ਕਰ ਦਿੱਤਾ ਸੀ ਉਹਨਾਂ ਨੇ। ਪਰ ਵੇਖੋ ਜੋ ਸਿੱਖਾਂ ਦਾ ਹੁੰਦਾ ਹੈ, ਅੱਜ ਤੇ ਅਸੀਂ ਲਾਲਚੀ ਹੋ ਗਏ ਹਾਂ, ਪਰ ਕਾਹਨ ਸਿੰਘ ਨਾਭਾ ਨੇ ਉਸ ਵੇਲੇ ਇਹ ਘਰ ਲੰਡਨ ਦਾ ਲੈਣਾ ਮਨਾ ਕਰ ਦਿੱਤਾ। ਗਿਫਟ ਮਿਲਿਆ ਹੋਇਆ, ਕਹਿੰਦੇ ਨਹੀਂ। ਇਹ ਵੇਖੋ ਕਮਾਲ ਜੀ, ਕਿੰਨਾ ਸਬਰ ਸੰਤੋਖ ਹੈ। ਔਰ ਇੱਕ ਗੱਲ ਤੁਹਾਨੂੰ ਹੋਰ ਦੱਸੀਏ, ਕਾਹਨ ਸਿੰਘ ਨਾਭਾ ਜੀ ਜਿਹੜੇ ਸੀ ਨਾ, ਕਿਉਂਕਿ ਉਹਨਾਂ ਨੇ ਮਦਦ ਕੀਤੀ ਸੀ ਜਦੋਂ ਮੈਕਸ ਆਰਥਰ ਮੈਕਲਫ ਨੇ ਸਾਰਾ ਇਤਿਹਾਸ ਲਿਖਿਆ ਨਾ, ਤੇ ਉਹਦੇ ਕਾਪੀ ਰਾਈਟਸ ਜਿਹੜੇ ਸੀ ਉਹ ਕਾਹਨ ਸਿੰਘ ਨਾਭਾ ਜੀ ਨੂੰ ਦਿੱਤੇ ਸੀਗੇ। ਇਹ ਸਤਿਕਾਰ ਸੀਗਾ ਮਦਦ ਕਰਨ ਬਦਲੇ। ਸੋ ਇਹ ਘਰ ਦੇ ਬਾਹਰ ਆਪਾਂ ਹੁਣ ਉੱਧਰ ਚੱਲ ਕੇ ਦੇਖਦੇ ਹਾਂ ਲਾਗੋਂ, ਜਿੱਥੇ ਕਾਹਨ ਸਿੰਘ ਨਾਭਾ ਰਹੇ ਆਣ ਕੇ। ਮਾਣ ਵਾਲੀ ਗੱਲ ਹੈ, ਇਹ ਘਰ ਹੈ ਜਿੱਥੇ ਮੈਕਸ ਆਰਥਰ ਮੈਕਲਫ ਨੇ ਆਪਣਾ ਸਰੀਰ ਛੱਡਿਆ। 10 ਨੰਬਰ ਦਰਵਾਜ਼ੇ 'ਤੇ ਲਿਖਿਆ ਹੋਇਆ ਹੈ। ਉੱਦਾਂ ਹੀ 3 ਮੰਜ਼ਿਲਾ ਘਰ ਹੈ ਜੀ ਉੱਚੋਂ ਤੱਕ। ਤੇ ਆਹ ਵੇਖੋ ਇੱਧਰ ਲਾਗੇ ਜਿਵੇਂ ਥੱਲੇ ਬੇਸਮੈਂਟ ਵੀ ਬਣੀ ਹੁੰਦੀ ਹੈ ਤੇ ਹੋਰ ਵੀ। ਸੋ ਉੱਧਰੋਂ ਅਸੀਂ ਆਏ ਜਿਹਨੂੰ ਸਿੰਕਲੇਅਰ ਗਾਰਡਨਸ ਕਹਿੰਦੇ ਆ। ਆਹ ਚੌਂਕ ਤੋਂ ਅੱਗੇ ਇਹ ਬਣ ਗਿਆ ਜੀ ਸਿੰਕਲੇਅਰ ਰੋਡ, ਔਰ ਇਹਦੇ ਵਿੱਚ ਹੀ ਉਹ ਗੁਰਦੁਆਰਾ ਸਾਹਿਬ ਸੀ। ਅੱਗੇ ਚੱਲੇ ਅਸੀਂ ਲੱਭਦੇ ਅਸੀਂ ਤੁਰਦੇ ਆ ਰਹੇ ਹਾਂ, ਤੇ ਭਾਈ ਸਾਹਿਬ ਜੀ ਨੇ ਇੱਕ ਬੜੀ ਪਿਆਰੀ ਗੱਲ ਕਹੀ ਵੀ ਆਹੀ ਇੱਥੇ ਹੀ ਤੁਰਦੇ ਸੀਗੇ ਕਾਹਨ ਸਿੰਘ ਨਾਭਾ ਜਦੋਂ ਉਸ ਘਰ ਤੋਂ ਗੁਰਦੁਆਰਾ ਸਾਹਿਬ ਵੱਲ ਨੂੰ ਜਾਂਦੇ ਸੀ। ਇਹ ਚੀਜ਼ ਦਿਮਾਗ 'ਚ ਪਹਿਲਾਂ ਆਈ ਨਹੀਂ, ਪਰ ਬੜੀ ਵਧੀਆ ਫੀਲ ਹੁੰਦੀ ਹੈ ਨਾ, ਕਿਉਂਕਿ ਉਹਨਾਂ ਨੂੰ ਆਪਾਂ ਪੜ੍ਹਦੇ ਹਾਂ ਜੀ। ਅਸੀਂ ਰਿਕਮੈਂਡ ਕਰਾਂਗੇ ਹਰ ਸਿੱਖ ਨੂੰ ਕਿ ਕਾਹਨ ਸਿੰਘ ਨਾਭਾ ਜੀ ਨੂੰ ਜ਼ਰੂਰ ਪੜ੍ਹੋ। ਮਹਾਨ ਕੋਸ਼ ਵਰਗਾ ਜਿਹੜਾ ਗ੍ਰੰਥ ਉਹ ਲਿਖ ਗਏ ਆ, ਉਹ ਸਾਡੇ ਲਈ ਅੱਜ ਵੀ ਪੋਸੀਬਲ ਨਹੀਂ ਹੈਗਾ ਲਿਖਣਾ, ਜਿੰਨੀ ਉਹਨਾਂ ਨੇ ਉੱਤੇ ਮਿਹਨਤ ਕੀਤੀ ਹੈ। ਬਸ ਅਸੀਂ ਤਾਂ ਇੰਨਾ ਹੀ ਕਹਿ ਸਕਦੇ ਹਾਂ ਜੀ, ਨਮਸਕਾਰ ਹੈ ਉਹਨਾਂ ਨੂੰ, ਮਹਾਨ ਰੂਹਾਂ ਨੂੰ। ਲਓ ਜੀ, ਪਹੁੰਚ ਗਏ ਆਪਾਂ 79 ਸਿੰਕਲੇਅਰ ਰੋਡ, ਤੇ ਆਹ ਘਰ ਹੈ, ਆਹ ਮੇਨ ਦਰਵਾਜ਼ਾ ਇੱਧਰ। ਤੇ ਭਾਈ ਗੁਰਪ੍ਰੀਤ ਸਿੰਘ ਜੀ ਦੱਸ ਰਹੇ ਵੀ ਇੱਥੇ ਨਿਸ਼ਾਨ ਸਾਹਿਬ ਲੱਗਾ ਹੁੰਦਾ ਸੀਗਾ, ਤੇ ਤਕਰੀਬਨ 5 ਮੰਜ਼ਿਲਾ ਉੱਚਾ ਘਰ ਹੈ ਜੀ। ਤੇ ਆਹ ਜਿਹੜਾ ਬੇਸਮੈਂਟ ਹੈ ਇਹਦੇ ਵਿੱਚ ਲੰਗਰ ਹੁੰਦਾ ਸੀ। ਆਹ ਜਿਹੜਾ ਫਸਟ ਲੈਵਲ ਹੈ, ਗਰਾਊਂਡ ਲੈਵਲ ਜਿਹਨੂੰ ਆਪਾਂ ਕਹਿੰਦੇ, ਇਹਦੇ ਵਿੱਚ ਪ੍ਰਕਾਸ਼ ਹੁੰਦਾ ਸੀ ਮਹਾਰਾਜ ਦਾ। ਔਰ ਇੱਥੇ ਹੋਰ ਵੀ ਬਹੁਤ ਸਾਰੇ ਉਸ ਵੇਲੇ ਦੇ ਗੁਣੀ ਗਿਆਨੀ ਆ ਕੇ ਰਹਿੰਦੇ ਸੀ। ਔਰ ਇੱਕ ਗੱਲ ਹੋਰ ਹੈ ਕਿ ਜਦੋਂ ਸ਼ਹੀਦ ਊਧਮ ਸਿੰਘ ਇੰਗਲੈਂਡ ਆਏ ਸੀ, ਉਹ ਵੀ ਇੱਥੇ ਹੀ ਮੱਥਾ ਟੇਕਣ ਆਉਂਦੇ ਸੀ, ਇੱਥੇ ਹੀ ਲੰਗਰ ਹਾਲ ਦੇ ਵਿੱਚ ਉਹ ਸੇਵਾ ਕਰਦੇ ਸੀ। ਦੇਖੋ ਅੱਜ ਇਹ ਪ੍ਰਾਈਵੇਟ ਘਰ ਬਣ ਚੁੱਕੇ ਹਨ, ਤੇ ਸਾਡੇ ਲਈ ਕਿੱਡੀ ਮਾੜੀ ਗੱਲ ਹੈ ਕਿ ਅਸੀਂ ਇਹ ਥਾਵਾਂ ਨੂੰ ਕੌਮ ਸਾਡੀ ਖਰੀਦ ਕੇ ਸੰਭਾਲ ਨਹੀਂ ਸਕੀ। ਗੱਲ ਇਹ ਹੈ ਕਿ ਜਦੋਂ ਉਹਨਾਂ ਦੇ ਵਾਰਸਾਂ ਨੂੰ ਨਹੀਂ ਅਸੀਂ ਕੁਛ ਦੇ ਸਕੇ, ਤੇ ਉਹਨਾਂ ਨੂੰ ਵੀ ਅਸੀਂ ਕੀ ਦੇਣਾ ਸੀ। ਬੜੀ ਦੁੱਖ ਦੀ ਗੱਲ ਹੈ। ਸੋ ਇਹ ਥੱਲੇ ਹੈ ਜੀ ਲੰਗਰ ਹਾਲ, ਜਿਹਦੇ ਵਿੱਚ ਉਹ ਕਦੇ ਆਣ ਕੇ ਇੱਥੇ ਲੰਗਰ 'ਚ ਸੇਵਾ ਕਰਦੇ ਸੀ, ਬਰਤਨ ਮਾਂਜਦੇ ਹੋਣਗੇ, ਐਸੇ ਕਮਰੇ ਦੇ ਅੰਦਰ ਬੈਠ ਕੇ ਗੁਰੂ ਸਾਹਿਬ ਦੀ ਬਾਣੀ ਸੁਣਦੇ ਹੋਣਗੇ। ਔਰ ਇੱਥੇ ਹੀ ਆਣ ਕੇ ਹੋ ਸਕਦਾ ਰਾਤਾਂ ਵੀ ਕਿਤੇ ਰਹੇ ਹੋਣ, ਇੱਥੇ ਸਲਾਹਾਂ ਵੀ ਇੱਥੇ ਹੁੰਦੀਆਂ ਹੋਣ, ਕਿਸੇ ਦੇ ਨਾਲ ਕੋਈ ਦੁੱਖ ਸੁੱਖ ਵੀ ਸਾਂਝੇ ਹੁੰਦੇ ਹੋਣ। ਸੋ ਇਹ ਗੱਲ ਵੀ ਨੋਟਿਸ ਕਰਨੀ ਜ਼ਰੂਰੀ ਹੈ ਕਿ ਇਸ ਨੂੰ ਬਣਾਉਣ ਬਦਲੇ 8000 ਪਾਉਂਡ ਮਹਾਰਾਜਾ ਪਟਿਆਲਾ ਨੇ ਉਸ ਵੇਲੇ ਦਿੱਤਾ ਸੀ। ਜਦੋਂ ਇੰਗਲੈਂਡ ਆਏ ਤਾਂ ਉਹਨਾਂ ਵੇਖਿਆ ਇੱਥੇ ਗੁਰਦੁਆਰਾ ਸਾਹਿਬ ਦੀ ਲੋੜ ਹੈ, ਤੇ ਆ ਫਿਰ ਘਰ ਜਿਹੜਾ ਸੀ ਉਦੋਂ ਲੀਜ਼ ਕੀਤਾ ਸੀ, ਲੌਂਗ ਟਰਮ ਲੀਜ਼ ਦੇ ਵਿੱਚ ਲੈ ਕੇ, ਤੇ ਇਸ ਥਾਂ ਤੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਇੱਥੇ ਹੀ ਮਹਾਨ ਰੂਹਾਂ ਆਉਂਦੀਆਂ ਰਹੀਆਂ, ਸਰਦਾਰ ਕਾਹਨ ਸਿੰਘ ਨਾਭਾ ਵਰਗੇ, ਸਰਦਾਰ ਊਧਮ ਸਿੰਘ ਜੀ ਸ਼ਹੀਦ ਵਰਗੇ। ਤੇ ਵੀਰ ਜੀ ਦੱਸ ਰਹੇ ਸੀ ਸ਼ਾਇਦ ਇੱਕ ਮਹਾਰਾਜਾ ਕਪੂਰਥਲਾ ਸੀ ਜਿਨ੍ਹਾਂ ਦਾ ਇੱਥੇ ਵਿਆਹ ਵੀ ਹੋਇਆ ਸੀ। ਮਹਾਰਾਜੇ ਦੇ ਵੀ ਵਿਆਹ ਹੋਇਆ ਸੀ। ਇੱਥੇ ਨਰਿੰਦਰ ਸਿੰਘ ਕਪਾਨੀ ਜਿਨ੍ਹਾਂ ਨੇ ਫਾਈਬਰ ਆਪਟਿਕਸ ਇਨਵੈਂਟ ਕੀਤਾ, ਉਹਨਾਂ ਦਾ ਵੀ ਵਿਆਹ ਹੁੰਦਾ ਸੀ। ਨਰਿੰਦਰ ਸਿੰਘ ਕਪਾਨੀ ਇਸ ਸੜਕ ਤੇ ਰਹਿੰਦੇ ਸੀ। ਸੋ 7-8 ਮਿੰਟ ਦੀ ਵਾਕ ਕਰਕੇ ਅਸੀਂ ਵਾਪਸ ਆ ਗਏ ਹਾਂ ਜੀ, ਤੇ ਮੀਂਹ ਥੋੜਾ ਫਿਰ ਪੈਣ ਲੱਗ ਪਿਆ। ਸ਼ਾਮ ਦਾ ਸਮਾਂ ਹੋ ਗਿਆ। ਉਹ ਤੁਹਾਨੂੰ ਸਾਹਮਣੇ ਬੂਟਿਆਂ ਦੇ ਵਿੱਚੋਂ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਹੋਣ ਲੱਗ ਪਏ। ਸੋ ਜਿਸ ਥਾਂ ਤੇ ਹੁਣ ਅਸੀਂ ਆਏ ਹਾਂ ਸੰਗਤ ਜੀ, ਇਹ ਇਕੱਲੇ ਲੰਡਨ ਦਾ ਨਹੀਂ ਜਾਂ UK ਦਾ ਨਹੀਂ, ਸਾਰੇ ਯੂਰਪ ਦਾ ਪਹਿਲਾ ਗੁਰਦੁਆਰਾ ਸਾਹਿਬ ਮੰਨਿਆ ਜਾਂਦਾ ਹੈ। ਵੈਸੇ ਜਥੇਬੰਦੀ 1908 ਦੇ ਵਿੱਚ ਪ੍ਰਿੰਸੀਪਲ ਸਰਦਾਰ ਤੇਜਾ ਸਿੰਘ ਜੀ, ਭਾਈ ਤੇਜਾ ਸਿੰਘ ਜੀ, ਸੰਤ ਤੇਜਾ ਸਿੰਘ ਜੀ ਜਿਹੜੇ ਬੜੂ ਸਾਹਿਬ ਵਾਲੇ, ਉਹਨਾਂ ਵੱਲੋਂ ਬਣਾਈ ਗਏ ਸੀ। ਤੇ ਖਾਲਸਾ ਜਥਾ ਬ੍ਰਿਟਿਸ਼ ਆਇਲਸ ਉਹਨੂੰ ਕਹਿੰਦੇ ਸੀ।
ਉਸ ਜਥੇਬੰਦੀ ਨੇ ਹੀ ਮੁੜ ਕੇ ਇੱਥੇ ਆ ਕੇ ਪਹਿਲੀ ਵਾਰੀ ਇਹ ਪ੍ਰੋਪਰ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਸੀ, ਜਿਹੜਾ ਪਿੱਛੇ ਅਸੀਂ ਦੇਖ ਕੇ ਆਏ ਉਹ ਘਰ ਦੇ ਵਿੱਚ ਪ੍ਰਕਾਸ਼ ਸੀ, ਪਰ ਇਹ ਪ੍ਰੋਪਰ ਗੁਰਦੁਆਰਾ ਸਾਹਿਬ ਇੱਥੇ ਬਿਲਡਿੰਗ ਖਰੀਦੀ ਗਈ 1960 ਦੇ ਵਿੱਚ। ਇਸ ਬਿਲਡਿੰਗ ਨੂੰ ਅੱਗ ਲੱਗ ਗਈ ਸੀ, ਕਹਿ ਲਓ ਕਿ ਕਾਫੀ ਨੁਕਸਾਨੀ ਗਈ ਸੀ। ਸਿੱਖਾਂ ਨੇ ਖਰੀਦ ਕੇ ਉਹ ਬਿਲਡਿੰਗ ਦਾ ਮੇਨ ਸਟਰਕਚਰ ਉਹ ਹੀ ਰਿਹਾ, ਉਸ ਨੂੰ ਦੁਬਾਰਾ ਤੋਂ ਰੈਨੋਵੇਟ ਕਰਕੇ ਬਹੁਤ ਸੋਹਣਾ ਸਥਾਨ ਬਣਾ ਲਿਆ ਔਰ 2017 ਦੇ ਵਿੱਚ ਇੰਨਾ ਸੋਹਣਾ ਰੈਨੋਵੇਟ ਕੀਤਾ ਹੈ। ਆਓ ਅੰਦਰ ਜਾ ਕੇ ਪਤਾ ਲੱਗੇਗਾ ਕਿ ਕਿੰਨਾ ਪਿਆਰਾ ਸਥਾਨ ਬਣਿਆ ਹੋਇਆ ਹੈ। ਸੋ ਇਸ ਗੁਰਦੁਆਰਾ ਸਾਹਿਬ ਕੋਲ ਪਾਰਕਿੰਗ ਨਹੀਂ ਹੈ ਕਿਉਂਕਿ ਬਿਲਕੁਲ ਸ਼ਹਿਰ ਦੇ ਨਾਲ ਹੈ। ਤੁਸੀਂ ਦੇਖ ਸਕਦੇ ਇੱਕ ਗਲੀ ਉਧਰ ਹੈ ਗੁਰਦੁਆਰਾ ਸਾਹਿਬ ਜੀ, ਨਿਸ਼ਾਨ ਸਾਹਿਬ ਜੀ, ਤਾਂ ਦੂਜੀ ਗਲੀ ਇੱਧਰ ਹੈ। ਸੋ ਆਹ ਪੜ੍ਹੋ ਤੁਸੀਂ, ਵੈਲਕਮ ਟੂ ਖਾਲਸਾ ਜਥਾ ਬ੍ਰਿਟਿਸ਼ ਆਇਲਸ ਐਸਟੈਬਲਿਸ਼ਡ 1908 ਸੈਂਟਰਲ ਗੁਰਦੁਆਰਾ ਲੰਡਨ। ਗੁਰਦੁਆਰਾ ਸਾਹਿਬ ਜੀ ਦਾ ਗੁੰਬਦ ਭਾਵੇਂ ਨਵਾਂ ਹੈ ਪਰ ਉਸ ਨੂੰ ਪੁਰਾਣਾ ਰੰਗ ਕੀਤਾ ਹੋਇਆ, ਬਿਲਕੁਲ ਪੁਰਾਤਨ ਦਿੱਖ ਦਿੱਤੀ ਹੋਈ ਹੈ। ਕੁਝ ਸਮਾਂ ਪਹਿਲਾਂ ਨਾ ਇੱਥੋਂ ਦੇ ਜਿਹੜੇ ਬਜ਼ੁਰਗ ਸੀਗੇ, ਇੱਥੋਂ ਦੀ ਮੈਨੇਜਮੈਂਟ ਸੀ, ਉਹ ਚਾਹੁੰਦੇ ਸੀ ਇਸ ਗੁਰਦੁਆਰਾ ਸਾਹਿਬ ਨੂੰ ਵੇਚ ਦਈਏ ਤੇ ਆਪਾਂ ਇਸੇ ਪੈਸੇ ਦੇ ਨਾਲ ਬਾਹਰ ਜਾ ਕੇ ਵੱਡਾ ਗੁਰਦੁਆਰਾ ਸਾਹਿਬ ਬਣਾ ਲਵਾਂਗੇ। ਪਰ ਕੁਝ ਸੰਗਤਾਂ ਵੱਲੋਂ ਉਪਰਾਲਾ ਕਰਨ ਤੇ ਜਿਹੜੇ ਪੀਟਰ ਵਿਰਦੀ, ਜਿਹੜਾ ਤੁਸੀਂ ਨਾਮ ਸੁਣਿਆ ਹੋਇਆ ਹੈ, ਪਿੱਛੇ ਵੀ ਖਬਰਾਂ ਦੇ ਵਿੱਚ ਕਾਫੀ ਰਿਹਾ, ਉਹਨਾਂ ਨੇ ਕਾਫੀ ਡੋਨੇਸ਼ਨ ਦੇ ਕੇ ਇਸ ਅਸਥਾਨ ਨੂੰ ਫਿਰ ਰੈਨੋਵੇਟ ਕੀਤਾ ਗਿਆ। ਬਹੁਤ ਸੋਹਣਾ ਸਥਾਨ ਹੈ ਜੀ, ਅੰਦਰ ਚੱਲਦੇ ਹਾਂ ਆਪਾਂ। ਇਹ ਗੁਰਦੁਆਰਾ ਸਾਹਿਬ ਭਾਵੇਂ ਕਿ ਇੱਥੋਂ ਦਾ UK ਦਾ, ਯੂਰਪ ਦਾ ਸਭ ਤੋਂ ਪੁਰਾਣਾ ਗੁਰਦੁਆਰਾ ਸਾਹਿਬ ਹੈ, ਪਰ ਜਦੋਂ ਅੰਦਰ ਵੜਦੇ ਹਾਂ ਨਾ ਤੇ ਇੰਨਾ ਪਿਆਰਾ ਇਸ ਸਥਾਨ ਨੂੰ ਰੈਨੋਵੇਟ ਕਰਕੇ ਬਣਾਇਆ ਗਿਆ ਹੈ, ਕਮਾਲ ਹੀ ਹੋਈ ਪਈ ਹੈ। ਅੰਦਰ ਵੜਦਿਆਂ ਸਾਰ ਹੀ ਜੋੜਾ ਘਰ ਹੈ, ਇੱਕ ਪਾਸੇ ਸਿੰਘਾਂ ਦਾ ਹੈ, ਦੂਜੇ ਪਾਸੇ ਬੀਬੀਆਂ ਵਾਸਤੇ ਜੋੜਾ ਘਰ ਹੈ ਤੇ ਥੱਲੇ ਨੂੰ ਪੌੜੀਆਂ ਉਤਰ ਜਾਂਦੀਆਂ ਹਨ, ਉੱਥੇ ਲੰਗਰ ਘਰ ਹੈ। ਲੰਗਰ ਤੋਂ ਜੇ ਅਸੀਂ ਗਰਾਊਂਡ ਲੈਵਲ ਦੇ ਉੱਤੇ ਅੰਦਰ ਜਾਈਏ ਤਾਂ ਇੱਥੇ ਦੀ ਜਿਹੜੀ ਸ਼ਾਨੋ ਸ਼ੌਕਤ ਹੈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਬਾਰ ਦੀ, ਉਹ ਇੱਕ ਅਲੌਕਿਕ ਹੈ। ਦੋ ਤਿੰਨ ਗੱਲਾਂ ਆਪ ਜੀ ਨੂੰ ਦੱਸਣੀਆਂ ਹਨ। ਭਾਈ ਸਾਹਿਬ ਦੱਸ ਰਹੇ ਸੀ ਕਿ ਇੱਥੇ ਜਿਹੜਾ ਕਾਰਪੈਟ ਲੱਗਾ ਹੋਇਆ ਨਾ, ਉਹ ਕਾਰਪੈਟ ਹੈ ਜਿਹੜਾ 7 ਸਟਾਰ ਹੋਟਲਸ ਦੇ ਵਿੱਚ ਲੱਗਦਾ ਹੈ। ਇਹ ਗੱਲਾਂ ਕਿਉਂ ਦੱਸ ਰਹੇ ਆ? ਕਿਉਂਕਿ ਉਹਨਾਂ ਨੇ ਇੱਕ ਗੱਲ ਬੜੀ ਵਧੀਆ ਕਹੀ, ਦੱਸਦੇ ਆ, ਕਹਿੰਦੇ ਇਸ ਤਰੀਕੇ ਨਾਲ ਬਣਾਇਆ ਗਿਆ ਕਿ ਮਾਇਆ ਦੀ ਨਗਰੀ ਨੂੰ ਲੰਘ ਕੇ ਗੁਰੂ ਸਾਹਿਬ ਤੱਕ ਪਹੁੰਚਿਆ ਜਾਂਦਾ ਹੈ। ਉਹ ਗੱਲ ਦਿਲ ਨੂੰ ਜੱਚੀ। ਸਭ ਤੋਂ ਮਹਿੰਗਾ ਕਾਰਪੈਟ ਦੁਨੀਆ ਦੇ ਵਿੱਚ ਜਿਹੜੇ ਉਹਨਾਂ ਦੇ ਨਾਲ ਦਾ। ਫਿਰ ਜਦੋਂ ਗੁਰੂ ਸਾਹਿਬ ਵੱਲ ਜਾਂਦੇ ਆ, ਤੁਸੀਂ ਦੇਖਿਆ ਹੋਊਗਾ ਗੁਰੂ ਘਰਾਂ ਦੇ ਵਿੱਚ ਗੁਰੂ ਸਾਹਿਬ ਜੀ ਦੀ ਸ਼ਾਨੋ ਸ਼ੌਕਤ ਵਾਸਤੇ ਸ਼ੈਂਡਲਰ ਲੱਗੇ ਹੁੰਦੇ ਆ, ਔਰ ਜਿਹੜਾ ਅਸੀਂ ਇੱਥੇ ਲੱਗਾ ਵੇਖਿਆ ਉਸ ਨੇ ਸਾਨੂੰ ਹੈਰਾਨ ਕਰ ਦਿੱਤਾ। ਇੰਨਾ ਵੱਡਾ ਬੇਸ਼ਕੀਮਤੀ 1 ਕੁਆਂਟਲ ਇਹਦਾ ਭਾਰ ਹੈ, ਔਰ ਭਾਈ ਸਾਹਿਬ ਦੱਸ ਰਹੇ ਸੀ 7700 ਉਹਦੇ ਵਿੱਚ ਲੜੀਆਂ ਲੱਗੀਆਂ ਹੋਈਆਂ ਹਨ, ਔਰ ਉਹਨਾਂ 'ਚ ਜਿਹੜੇ ਕ੍ਰਿਸਟਲ ਹਨ ਨਾ 1,66,000 ਟੋਟਲ ਕ੍ਰਿਸਟਲ ਲੱਗਾ ਹੋਇਆ, ਔਰ ਸਾਰਾ ਜਿਹੜਾ ਸ਼ੈਂਡਲਰ ਹੈ ਉਹਦੇ ਵਿੱਚ ਤਕਰੀਬਨ 150 ਲਾਈਟ ਲੱਗੀ ਹੋਈ ਹੈ। ਸਾਈਜ਼ ਇਹਦਾ ਬਹੁਤ ਵੱਡਾ ਹੈ ਔਰ ਅਲੱਗ ਇਹਦਾ ਡਿਜ਼ਾਈਨ ਹੈ ਜਿਹੜਾ ਅਸੀਂ ਪਹਿਲਾਂ ਨਹੀਂ ਵੇਖਿਆ। ਇੱਕ ਯੂਜ਼ ਟੂ ਆਪਾਂ ਹੋਏ ਜਿਹੜੇ ਉਹ ਥੱਲੇ ਆ ਕੇ ਇੱਦਾਂ ਚੌੜੇ ਹੋ ਜਾਂਦੇ ਆ, ਸ਼ੈਂਡਲ ਬੜੇ ਬੜੇ ਸੋਹਣੇ ਸਥਾਨਾਂ 'ਤੇ ਲੱਗੇ ਹੁੰਦੇ ਆ, ਪਰ ਇਹ ਇੱਕ ਅਲੱਗ ਹੀ ਗੱਲਬਾਤ ਹੈ। ਔਰ ਉਸ ਤੋਂ ਬਾਅਦ 'ਚ ਗੱਲ ਆਉਂਦੀ ਹੈ ਜਿਨ੍ਹਾਂ ਦੇ ਕਰਕੇ ਇਹ ਥਾਂ ਸਭ ਤੋਂ ਸੋਹਣਾ ਬਣਿਆ ਹੋਇਆ ਦੁਨੀਆ 'ਚ, ਉਹ ਹਨ ਸਾਡੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਉਹਨਾਂ ਦੇ ਬੈਠਣ ਵਾਸਤੇ ਜਿਹੜੀ ਪਾਲਕੀ ਸਾਹਿਬ ਇੱਥੇ ਬਣੀ ਹੋਈ ਹੈ, ਇਹਦੇ ਨਾਲ ਦੀ ਪਾਲਕੀ ਸਾਹਿਬ ਵੀ ਅਸੀਂ ਦੁਨੀਆ ਦੇ ਵਿੱਚ ਕਦੇ ਕਿਤੇ ਨਹੀਂ ਵੇਖੀ। ਦੱਸ ਰਹੇ ਸਨ ਕੋਰੀਅਨ ਮਾਰਬਲ ਹੈ ਜਿਹੜਾ ਸਭ ਤੋਂ ਵੱਧ ਚਮਕਦਾਰ ਹੁੰਦਾ ਹੈ, ਚਿੱਟੇ ਰੰਗ ਦਾ। ਉਹਦੀ ਜਦੋਂ ਇਹਨਾਂ ਨੇ ਬਣਾਉਣੀ ਸੀਗੀ ਤਾਂ ਉਦੋਂ ਕੋਈ ਬੰਦਾ ਨਹੀਂ ਸੀ ਲੱਭ ਰਿਹਾ ਜਿਹੜਾ ਕਵੇ, ਕਹਿੰਦੇ ਅਸੀਂ ਸੋਨੇ ਦੀਆਂ ਬਣਾ ਸਕਦੇ, ਹੋਰ ਬਣਾ ਸਕਦੇ, ਪਰ ਕੋਰੀਅਨ ਮਾਰਬਲ ਤੋਂ ਪਾਲਕੀ ਸਾਹਿਬ ਬਣਾਉਣੀ ਸਾਡੇ ਲਈ ਪੋਸੀਬਲ ਨਹੀਂ। ਔਰ ਉਦੋਂ ਦਿੱਲੀ ਤੋਂ ਇੱਕ ਵੀਰ ਲੱਭਾ ਸੀ ਜਿਸ ਨੇ ਇਹ ਪਾਲਕੀ ਸਾਹਿਬ ਬਣਾਈ ਸੀ। ਔਰ ਫਿਰ ਜਦੋਂ ਪਹਿਲੀ ਵਾਰ ਇੱਥੇ ਆਇਆ, ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਇਆ, ਆ ਕੇ ਮੱਥਾ ਟੇਕਿਆ, ਇੱਥੋਂ ਕੋਈ ਬਿਜ਼ਨਸ ਡੀਲ ਕਰਨ ਗਿਆ, ਹੈਰਾਨ ਰਹਿ ਗਿਆ ਕਿ ਜਿਹੜੀ ਬਿਜ਼ਨਸ ਡੀਲ ਨਹੀਂ ਮਿਲਣੀ ਚਾਹੀਦੀ, ਇਹ ਤੋਂ ਅੱਗੇ ਸਾਰੇ ਹੋਰ ਸੀਗੇ ਜਿਹੜੇ ਮੋਰ ਐਲੀਜੀਬਲ ਸੀ, ਪਰ ਗੁਰੂ ਸਾਹਿਬ ਨੇ ਇਹਦੀ ਸੇਵਾ ਪ੍ਰਵਾਨ ਕੀਤੀ। 26 ਲੱਖ ਦੀ ਜਿਹੜੀ ਬਣਤਰ ਸੀ ਉਹਦਾ ਉਹਨੇ ਕੋਈ ਪੈਸਾ ਨਹੀਂ ਸੀ ਲਿਆ ਤੇ ਗੁਰੂ ਸਾਹਿਬ ਜੀ ਨੇ ਉਹ ਬਿਜ਼ਨਸ ਡੀਲ ਉਹਨੂੰ ਕਰਵਾ ਦਿੱਤੀ। ਵੀਰ ਦੱਸ ਰਹੇ ਸੀ ਹੁਣ ਜਦੋਂ ਵੀ ਇੱਥੇ ਆਉਂਦਾ ਹੈ ਇਸ ਦੇਸ਼ ਦੇ ਵਿੱਚ, ਸਭ ਤੋਂ ਪਹਿਲਾਂ ਇਸ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਉਂਦਾ ਹੈ। ਗੁਰੂ ਸਾਹਿਬ ਤੇ ਭਰੋਸਾ। ਸੰਗਤ ਜੀ, ਭਰੋਸਾ ਚਾਹੇ ਦਾਤਾਂ ਤੋਂ ਬਣ ਜਾਵੇ ਕੋਈ ਗੱਲ ਨਹੀਂ, ਪਰ ਯਾਦ ਰੱਖੋ ਸਾਡੇ ਸਾਹ ਉਸ ਦਾਤੇ ਦੇ ਦਿੱਤੇ ਚੱਲ ਰਹੇ ਹਨ। ਸਾਡਾ ਜਿਉਣ ਤੇ ਮਰਨ ਤੱਕ ਭਰੋਸਾ ਸਾਡੇ ਸਤਿਗੁਰੂ ਜੀ ਤੇ ਰਹਿਣਾ ਚਾਹੀਦਾ ਹੈ। ਇਹ ਗੁਰੂ ਸਾਹਿਬ ਜੀ ਦਾ ਦਰਬਾਰ ਬੜਾ ਹੀ ਸੋਹਣਾ ਇੱਥੇ ਬਣਿਆ ਹੋਇਆ ਹੈ। ਉਸ ਤੋਂ ਬਾਅਦ ਸੰਗਤ ਜੀ ਉੱਤੇ ਪਹਿਲੀ ਮੰਜ਼ਿਲ ਤੇ ਜਾ ਕੇ ਮਹਾਰਾਜ ਦਾ ਬਹੁਤ ਸੋਹਣਾ ਸੱਚਖੰਡ ਸਥਾਨ ਹੈ। ਇੱਥੇ ਲਾਇਬ੍ਰੇਰੀ ਹੈ, ਹੋਰ ਵੀ ਹਾਲ ਹੈ।
ਭਾਵੇਂ ਕਿ ਬਹੁਤ ਥੋੜੇ ਜਿਹੇ ਥਾਂ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ, ਬੜਾ ਸੋਹਣਾ ਤੇ ਬੜਾ ਰਾਇਲ ਫਿਨਿਸ਼ ਵਾਲੀ ਗੱਲ ਆ, ਕਿਉਂਕਿ ਸ਼ਹਿਰ ਦੀ ਲੰਡਨ ਦੀ ਜਦੋਂ ਗੱਲ ਆਉਂਦੀ ਆ ਬਹੁਤ ਕੁਝ ਇੱਥੇ ਰਾਇਲ ਆ, ਤੇ ਇੱਥੇ ਫਿਰ ਗੁਰਦੁਆਰਾ ਸਾਹਿਬ ਸਾਡੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬੈਠਣ ਵਾਲਾ ਸਥਾਨ ਵੀ ਰਾਇਲ ਆ। ਬੜੀ ਖੁਸ਼ੀ ਹੋਈ ਇੱਥੇ ਆਣ ਕੇ ਦਰਸ਼ਨ ਮੇਲੇ ਕਰਕੇ। ਇਸ ਵੀਡੀਓ ਦੀ ਇੱਥੇ ਹੀ ਸਮਾਪਤੀ ਹੈ। ਅੱਗੇ ਜਿੱਧਰ ਕਲਗੀਧਰ ਪਿਤਾ ਲੈ ਕੇ ਜਾਣਗੇ ਸਾਂਝਾਂ ਪੈਣਗੀਆਂ। ਹੱਥ ਜੋੜ ਕੇ ਬੇਨਤੀ ਹੈ, ਸਿੱਖ ਇਤਿਹਾਸ ਹੈ, ਮਾਣਮੱਤਾ ਇਤਿਹਾਸ ਹੈ, ਆਪ ਪੜ੍ਹਿਆ ਕਰੋ, ਹੋਰ ਭੈਣ ਭਰਾਵਾਂ ਨਾਲ ਵੀਡੀਓ ਵੀ ਸ਼ੇਅਰ ਕਰਿਆ ਕਰੋ, ਚੈਨਲ ਸਬਸਕ੍ਰਾਈਬ ਜ਼ਰੂਰ ਕਰੋ, ਭੈਣ ਭਰਾਵਾਂ ਨੂੰ ਦੱਸੋ ਤਾਂ ਜੋ ਰਲ ਮਿਲ ਕੇ ਗੁਰੂ ਸਾਹਿਬ ਜੀ ਦੀਆਂ ਗੱਲਾਂ ਬਾਤਾਂ ਕਰਦੇ ਰਹੀਏ, ਉਹਨਾਂ ਦਾ ਪਿਆਰ ਹਾਸਲ ਕਰ ਸਕੀਏ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।